ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ एवरीवन। ਅੱਜ ਅਸੀਂ ਪੰਜਾਬੀ ਵਿਆਕਰਨ ਦਾ ਸੈਕਿੰਡ ਚੈਪਟਰ ਵਿਆਕਰਨ ਬਾਰੇ ਪੜ੍ਹਾਂਗੇ। ਜਿਵੇਂ ਕਿ ਤੁਸੀਂ ਇਸ ਪਿਕਚਰ ਵਿੱਚ ਦੇਖ ਰਹੇ ਹੋ ਕਿ ਇੱਕ ਵਿਅਕਤੀ ਸੰਕੇਤ ਇਸ਼ਾਰੇ ਰਾਹੀਂ ਰੋਕ ਰਿਹਾ ਹੈ। ਠੀਕ ਹੈ, ਇਹ ਕੀ ਨੇ? ਟ੍ਰੈਫਿਕ ਨਿਯਮ ਨੇ ਕਿ ਇੱਕ ਪੁਲਿਸਮੈਨ ਆਮ ਜਨਤਾ ਨੂੰ ਕੀ ਰੋਕ ਰਿਹਾ ਹੈ ਕਿ ਰੈੱਡ ਲਾਈਟ, ਯੈਲੋ ਲਾਈਟ ਔਰ ਗ੍ਰੀਨ ਲਾਈਟ ਵੱਲ ਇਸ਼ਾਰਾ ਕਰਕੇ ਦੱਸ ਰਿਹਾ ਕਿ ਕਿੱਥੇ ਸਾਨੂੰ ਰੈੱਡ ਲਾਈਟ, ਕਿੱਥੇ ਯੈਲੋ ਲਾਈਟ, ਕਿੱਥੇ ਗ੍ਰੀਨ ਲਾਈਟ ਦੀ ਵਰਤੋਂ ਕਰਨੀ ਚਾਹੀਦੀ ਨੇ। ਤਾਂ ਟ੍ਰੈਫਿਕ ਪੁਲਿਸ ਦੇ ਕੀ ਹੁੰਦੇ ਨੇ? ਕੁਝ ਨਿਯਮ ਹੁੰਦੇ ਨੇ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਅਸੀਂ ਸੇਫ ਰਹਿ ਸਕਦੇ ਹਾਂ। ਜੇਕਰ ਟ੍ਰੈਫਿਕ ਨਿਯਮ ਨਹੀਂ ਹੋਣਗੇ ਤਾਂ ਕਿਸੇ ਵੀ ਵਿਅਕਤੀ ਨਾਲ ਦੁਰਘਟਨਾ ਵਾਪਰ ਸਕਦੀ ਹੈ। ਇਸੇ ਤਰੀਕੇ ਨਾਲ ਕੀ ਹੈ ਕਿ ਜੇ ਟ੍ਰੈਫਿਕ ਨਿਯਮ ਨੇ ਤਾਂ ਸਾਡੇ ਵਿਆਕਰਨ ਦੇ ਵੀ ਕੁਝ ਨਿਯਮ ਹਨ। ਵਿਆਕਰਨ ਦੇ ਨਿਯਮਾਂ ਨਾਲ ਹੀ ਅਸੀਂ ਆਪਣੀ ਭਾਸ਼ਾ ਨੂੰ ਸ਼ੁੱਧ ਰੂਪ ਦਿੰਦੇ ਹਾਂ। ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਭਾਸ਼ਾ ਵਿਗਿਆਨੀਆਂ ਨੇ ਕਿਸ ਦੀ ਖੋਜ ਕੀਤੀ? ਪੰਜਾਬੀ ਵਿਆਕਰਨ ਦੀ। ਜਿਵੇਂ ਦੇਖੋ, ਫੋਰ ਐਗਜ਼ਾਮਪਲ ਉਦਾਹਰਨਾਂ ਨੇ। ਫਸਟ ਵਾਕ ਹੈ, ਪਾਣੀ ਤੁਰਦਾ ਹੈ ਨੀਵੇਂ ਪਾਸੇ। ਤੁਸੀਂ ਇਹ ਕੀ ਜਾਣ ਸਕਦੇ ਹੋ ਕਿ ਇਹ ਵਾਕ ਸ਼ੁੱਧ ਵਾਕ ਹੈ ਜਾਂ ਅਸ਼ੁੱਧ ਵਾਕ ਹੈ? ਇਹ ਇੱਕ ਅਸ਼ੁੱਧ ਵਾਕ ਹੈ। ਇਸ ਨੂੰ ਅਸੀਂ ਕਿਵੇਂ ਲਿਖਾਂਗੇ? ਪਾਣੀ ਨੀਵੇਂ ਪਾਸੇ ਤੁਰਦਾ ਹੈ। ਵਿਆਕਰਨਿਕ ਨਿਯਮ ਨੇ ਉਸ ਦੇ ਅਕੋਰਡਿੰਗ ਇਹ ਵਾਕ ਨੂੰ ਸਹੀ ਕੀਤਾ ਗਿਆ ਹੈ। ਪਾਣੀ ਨੀਵੇਂ ਪਾਸੇ ਤੁਰਦਾ ਹੈ। ਸੈਕਿੰਡ ਦੇਖੋ, ਅਸੀਂ ਖਾਣਾ ਖਾਧੇ। ਇਹ ਵੀ ਇੱਕ ਅਸ਼ੁੱਧ ਵਾਕ ਹੈ। ਇਸ ਦੀ ਜੋ ਸਹੀ ਵਰਤੋਂ ਹੈ ਉਹ ਅਸੀਂ ਕਿਵੇਂ ਕਰਾਂਗੇ? ਵਿਆਕਰਨਿਕ ਨਿਯਮ ਦੇ ਅਧੀਨ ਅਸੀਂ ਖਾਣਾ ਖਾਂਦੇ ਹਾਂ। ਦੇਖੋ, ਖੱਖੇ ਕੰਨਾ ਦੱਦੇ ਨੂੰ ਲਾਂ। ਖਾਧੇ ਔਰ ਖਾਂਦੇ ਦੋਨਾਂ ਸ਼ਬਦਾਂ ਦੇ ਵਿੱਚ ਇੱਕ ਬਿੰਦੀ ਦੀ ਛੋਟੀ ਜਿਹੀ ਮਿਸਟੇਕ ਕਰਕੇ ਵਾਕ ਅਸ਼ੁੱਧ ਸੀ। ਥਰਡ ਵਾਕ ਹੈ, ਕੋਲ ਨਾ ਜਾ ਮੂਰਖ ਦੇ। ਤਾਂ ਇਹ ਵੀ ਇੱਕ ਅਸ਼ੁੱਧ ਵਾਕ ਹੈ। ਇਸ ਨੂੰ ਅਸੀਂ ਸ਼ੁੱਧ ਵਾਕ ਲਿਖਾਂਗੇ, ਮੂਰਖ ਦੇ ਕੋਲ ਨਾ ਜਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਸੀਂ ਉਦਾਹਰਨਾਂ ਲਿਖ ਸਕਦੇ ਹਾਂ, ਪੜ੍ਹ ਸਕਦੇ ਹਾਂ। ਜਿਵੇਂ ਦੇਖੋ, ਕੁੜੀਆਂ ਨੱਚ ਰਹੀਆਂ ਹੈ। ਵਿਆਕਰਨਿਕ ਤੌਰ 'ਤੇ ਇਹ ਕੀ ਹੈ? ਇੱਕ ਗਲਤ ਹੈ, ਅਸ਼ੁੱਧ ਵਾਕ ਹੈ। ਸਹੀ ਵਾਕ ਕੀ ਹੈ? ਵਿਆਕਰਨਿਕ ਵਾਕ ਕੀ ਹੈ? ਕੁੜੀਆਂ ਨੱਚ ਰਹੀਆਂ ਹਨ। ਤੁਸੀਂ ਹੋ ਕਰਦੇ ਕੀ? ਇਹ ਵੀ ਇੱਕ ਅਸ਼ੁੱਧ ਵਾਕ ਹੈ। ਤਾਂ ਕੀ ਲਿਖੋਗੇ? ਤੁਸੀਂ ਕੀ ਕਰਦੇ ਹੋ? ਪਿੱਛੇ ਤੁਸੀਂ ਪ੍ਰਸ਼ਨ ਚਿੰਨ੍ਹ ਲਗਾਓਗੇ ਕਿਉਂਕਿ ਆਪਾਂ ਪ੍ਰਸ਼ਨ ਪੁੱਛ ਰਹੇ ਹਾਂ, ਤੁਸੀਂ ਕੀ ਕਰਦੇ ਹੋ? ਨੈਕਸਟ ਕੋਈ ਹੋਰ ਉਦਾਹਰਨ ਦੇਖਦੇ ਹਾਂ। ਦਿੱਲੀ ਰਾਜਧਾਨੀ ਭਾਰਤ ਦੀ ਹੈ। ਤਾਂ ਇਹ ਵੀ ਇੱਕ ਅਸ਼ੁੱਧ ਵਾਕ ਹੈ ਕਿ ਵਿਆਕਰਨਿਕ ਤੌਰ 'ਤੇ ਗਲਤ ਹੈ। ਵਿਆਕਰਨਿਕ ਤੌਰ 'ਤੇ ਸਹੀ ਵਾਕ ਨੂੰ ਅਸੀਂ ਕਿਵੇਂ ਲਿਖਾਂਗੇ? ਦਿੱਲੀ ਭਾਰਤ ਦੀ ਰਾਜਧਾਨੀ ਹੈ। ਤਾਂ ਸਹੀ ਵਾਕਾਂ ਨੂੰ ਸਹੀ ਸੇਧ ਦੇਣ ਲਈ, ਸ਼ੁੱਧ ਵਾਕਾਂ ਨੂੰ ਸਹੀ ਸੇਧ ਦੇਣ ਲਈ ਕੀ ਬਣਾਏ ਗਏ? ਭਾਸ਼ਾ ਵਿਗਿਆਨੀਆਂ ਨੇ ਕੁਝ ਨਿਯਮ ਬਣਾਏ। ਭਾਸ਼ਾ ਵਿਗਿਆਨੀਆਂ ਨੇ ਵਿਆਕਰਨ ਦੀ ਖੋਜ ਕੀਤੀ। ਵਿਆਕਰਨ ਕਿਸ ਲਈ ਵਰਤੀ ਜਾਂਦੀ ਹੈ? ਸਾਡੀ ਪੜ੍ਹਾਈ ਕਰਨ ਲਈ ਵਿਆਕਰਨ ਦਾ ਬਹੁਤ ਮਹੱਤਵ ਹੈ ਕਿਉਂਕਿ ਵਿਆਕਰਨ ਦੇ ਨਿਯਮਾਂ ਅਧੀਨ ਹੀ ਅਸੀਂ ਭਾਸ਼ਾ ਨੂੰ ਸਹੀ, ਸ਼ੁੱਧ, ਮਿਆਰੀ ਰੂਪ ਦਿੰਦੇ ਹਾਂ। ਉਸ ਤੋਂ ਬਾਅਦ ਹੈ ਵਿਆਕਰਨ ਦਾ ਅਰਥ। ਵਿਆਕਰਨ ਦਾ ਅਰਥ ਕੀ ਹੈ? ਵੀ ਮੀਨਸ ਵਿਸ਼ੇਸ਼ ਰੂਪ ਨਾਲ, ਪਲੱਸ ਆ ਪੂਰੀ ਤਰ੍ਹਾਂ ਨਾਲ, ਕਰਨ ਵਿਆਖਿਆ ਕਰਨਾ। ਤਾਂ ਵਿਆਕਰਨ ਦਾ ਅਰਥ ਹੁੰਦਾ ਹੈ ਭਲੀ ਪ੍ਰਕਾਰ ਉਸ ਚੀਜ਼ ਨੂੰ ਸਮਝਣਾ, ਪੂਰੇ ਵਿਸ਼ੇਸ਼ ਰੂਪ ਨਾਲ ਵਿਆਖਿਆ ਕਰਨਾ, ਸਹੀ ਤਰੀਕੇ ਨਾਲ ਉਸ ਨੂੰ ਸਮਝਣਾ। ਉਸ ਤੋਂ ਬਾਅਦ ਹੈ ਵਿਆਕਰਨ ਦੀ ਪਰਿਭਾਸ਼ਾ। ਤਾਂ ਅਸੀਂ ਵਿਆਕਰਨ ਦੀ ਪਰਿਭਾਸ਼ਾ ਕੀ ਲਿਖਾਂਗੇ ਕਿ ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ, ਭਾਸ਼ਾ ਨੂੰ ਇੱਕ ਮਿਆਰੀ ਰੂਪ ਦੇਣ ਲਈ, ਸਹੀ ਰੂਪ ਦੇਣ ਲਈ ਲਿਖਣ, ਬੋਲਣ ਅਤੇ ਪੜ੍ਹਨ ਦਾ ਢੰਗ ਸਿਖਾਉਣ ਵਾਲੀ ਵਿੱਦਿਆ ਨੂੰ ਅਸੀਂ ਕੀ ਬੋਲਦੇ ਹਾਂ? ਵਿਆਕਰਨ। ਜਾਂ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਜਿੰਨੇ ਵੀ ਨਿਯਮ ਬਣਾਏ ਗਏ ਨੇ ਉਹਨਾਂ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਵਿਆਕਰਨ ਦੇ ਭਾਗ। ਵਿਆਕਰਨ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਵਿਆਕਰਨ ਦੇ 4 ਅੰਗ ਹੁੰਦੇ ਹਨ। ਅੱਖਰ ਬੋਧ, ਇਸ ਨੂੰ ਅਸੀਂ ਵਰਨ ਬੋਧ ਜਾਂ ਧੁਨੀ ਬੋਧ ਵੀ ਕਹਿੰਦੇ ਹਾਂ। ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਸਭ ਤੋਂ ਪਹਿਲਾਂ ਦੇਖੋ, ਅਸੀਂ ਜਦੋਂ ਵਿਆਕਰਨ ਨੂੰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਸਿੱਖਦੇ ਹਾਂ? ਅੱਖਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਜਿਵੇਂ ਊੜਾ, ਐੜਾ, ਈੜੀ, ਸੱਸਾ, ਹਾਹਾ। ਇਹ ਕੀ ਨੇ? ਸਾਡੇ ਵਰਨਮਾਲਾ ਦੇ ਅੱਖਰ ਨੇ। ਸਭ ਤੋਂ ਪਹਿਲਾਂ ਸਾਨੂੰ ਅੱਖਰਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਅਸੀਂ ਅੱਖਰ ਬੋਧ ਦਾ ਗਿਆਨ
ਸਿੱਖਦੇ ਹਾਂ। ਉਸ ਤੋਂ ਬਾਅਦ ਅੱਖਰਾਂ ਤੋਂ ਬਾਅਦ ਕੀ ਬਣਦੇ ਨੇ? ਸ਼ਬਦ ਬਣਦੇ ਨੇ। ਅੱਖਰਾਂ ਤੋਂ ਬਾਅਦ ਕੀ ਬਣਦੇ ਨੇ? ਸ਼ਬਦ ਬਣਦੇ ਨੇ। ਜਿਵੇਂ ਦੇਖੋ ਘੱਗਾ ਇੱਕ ਅੱਖਰ ਹੈ, ਉਸ ਦੇ ਨਾਲ ਅਸੀਂ ਰਾਰਾ ਕ ਪਲੱਸ ਰ, ਤਾਂ ਕੀ ਸ਼ਬਦ ਬਣਿਆ? ਘਰ। ਬ ਪਲੱਸ ਸ, ਕੀ ਸ਼ਬਦ ਬਣਿਆ? ਬਸ। ਤਾਂ ਸਭ ਤੋਂ ਪਹਿਲਾਂ ਅਸੀਂ ਕਿਸ ਚੀਜ਼ ਦੀ ਜਾਣਕਾਰੀ ਜਾਣੀ? ਅੱਖਰਾਂ ਨੂੰ ਸਿੱਖਿਆ, ਅੱਖਰਾਂ ਤੋਂ ਅਸੀਂ ਸ਼ਬਦ ਬਣਾਏ। ਉਸ ਤੋਂ ਬਾਅਦ ਸ਼ਬਦਾਂ ਤੋਂ ਅਸੀਂ ਵਾਕ ਬਣਾਉਂਦੇ ਹਾਂ। ਛੋਟੇ ਛੋਟੇ ਸ਼ਬਦਾਂ ਨੂੰ ਅਸੀਂ ਜੋੜ ਕੇ ਇੱਕ ਵਾਕ ਬਣਾਉਂਦੇ ਹਾਂ। ਜਿਵੇਂ ਦੇਖੋ ਪਹਿਲਾਂ ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ, ਤੁਸੀਂ ਹੋ ਕਰਦੇ ਕੀ, ਇਹ ਇੱਕ ਅਸ਼ੁੱਧ ਵਾਕ ਸੀ, ਅਸੀਂ ਇਸ ਨੂੰ ਸ਼ੁੱਧ ਵਾਕ ਲਿਖ ਕੇ ਲਿਖਿਆ, ਵਿਆਕਰਨਿਕ ਤੌਰ 'ਤੇ ਲਿਖਿਆ। ਤੁਸੀਂ ਕੀ ਕਰਦੇ ਹੋ, ਤੁਸੀਂ ਇੱਕ ਸ਼ਬਦ ਹੈ, ਕੀ ਇੱਕ ਸ਼ਬਦ ਹੈ, ਕਰਦੇ ਇੱਕ ਸ਼ਬਦ ਹੈ, ਹੋ ਇੱਕ ਸ਼ਬਦ ਹੈ। ਤਾਂ ਇਹਨਾਂ 4 ਸ਼ਬਦਾਂ ਨਾਲ ਪੂਰਾ ਕੀ ਬਣਿਆ? ਇੱਕ ਵਾਕ ਬਣਿਆ। ਤੁਸੀਂ ਕੀ ਕਰਦੇ ਹੋ। ਉਸ ਤੋਂ ਬਾਅਦ ਵਾਕਾਂ ਦੇ ਕੀ ਨਿਕਲਦੇ ਨੇ? ਅਰਥ ਨਿਕਲਦੇ ਨੇ। ਠੀਕ ਹੈ, ਤਾਂ ਉਸ ਨੂੰ ਅਸੀਂ ਅਰਥ ਬੋਧ ਕਹਿੰਦੇ ਹਾਂ। ਫਸਟ ਹੈ ਅੱਖਰ ਬੋਧ, ਇਸ ਨੂੰ ਅਸੀਂ ਧੁਨੀ ਬੋਧ ਜਾਂ ਵਰਨ ਬੋਧ। ਸਾਡੀ ਪੰਜਾਬੀ ਵਰਨਮਾਲਾ ਵਿੱਚ ਪੰਜਾਬੀ ਵਿਆਕਰਨ ਦੇ ਵਰਨਮਾਲਾ ਦੇ 41 ਅੱਖਰ ਹਨ। ਲਗਾ ਮਾਤਰਾਵਾਂ 10 ਹਨ। ਲਗਾ ਮਾਤਰਾਵਾਂ 10 ਹਨ। ਅ, ਆ, ਕੰਨਾ, ਸਿਹਾਰੀ, ਬਿਹਾਰੀ, ਮੁਕਤਾ, ਔਂਕੜ, ਦੁਲੈਂਕੜ। ਲਗਾਖਰ 3 ਬਿੰਦੀ, ਟਿੱਪੀ, ਅੱਧਕ। ਇਹ ਸੀ ਸਾਡੇ ਅੱਖਰ। ਉਸ ਤੋਂ ਬਾਅਦ ਹੈ ਸ਼ਬਦ ਬੋਧ। ਸ਼ਬਦ ਬੋਧ ਕੀ ਹੁੰਦਾ ਹੈ? ਜਿਸ ਰਾਹੀਂ ਅਸੀਂ ਸ਼ਬਦਾਂ ਦੀ ਰਚਨਾ ਕਰਦੇ ਹਾਂ, ਸ਼ਬਦ ਭੇਦ ਕਰਦੇ ਹਾਂ, ਸ਼ਬਦਾਂ ਦਾ ਰੂਪਾਂਤਰਨ ਕਰਦੇ ਹਾਂ, ਇਸ ਨੂੰ ਅਸੀਂ ਬੋਲਦੇ ਹਾਂ ਸ਼ਬਦ ਬੋਧ। ਫਿਰ ਹੈ ਵਾਕ ਬੋਧ। ਅਸੀਂ ਵਾਕਾਂ ਦੀ ਰਚਨਾ ਕਰਦੇ ਹਾਂ, ਵਾਕਾਂ ਦੀ ਵੰਡ ਕਰਦੇ ਹਾਂ ਕਿ ਵਾਕ ਕਿਸ ਕਿਸਮ ਦੇ ਨੇ। ਦੇਖੋ ਵਾਕ ਕਈ ਕਿਸਮ ਦੇ ਹੁੰਦੇ ਨੇ। ਸਧਾਰਨ ਵਾਕ ਵੀ ਹੋ ਸਕਦਾ ਹੈ, ਵਿਸਮਿਕ ਵਾਕ ਵੀ ਹੋ ਸਕਦਾ ਹੈ, ਹਾਂ ਵਾਚਕ ਵਾਕ ਵੀ ਹੋ ਸਕਦਾ ਹੈ, ਤੇ ਨਾਂਹਵਾਚਕ ਵਾਕ ਵੀ ਹੋ ਸਕਦਾ। ਠੀਕ ਹੈ, ਜਿਵੇਂ ਦੇਖੋ ਅਸੀਂ ਬੋਲਦੇ ਹਾਂ ਦਿੱਲੀ ਰਾਜਧਾਨੀ ਦਿੱਲੀ ਭਾਰਤ ਦੀ ਰਾਜਧਾਨੀ ਹੈ। ਇਹ ਇੱਕ ਕੀ ਹੈ? ਸਿੰਪਲ ਵਾਕ ਹੈ, ਸਧਾਰਨ ਵਾਕ ਹੈ। ਅਸੀਂ ਪ੍ਰਸ਼ਨ ਵਾਕ ਬਣਾਉਣੇ ਆ, ਤੁਸੀਂ ਕੀ ਕਰਦੇ ਹੋ। ਅਸੀਂ ਕੁਐਸਚਨ ਪੁੱਛ ਰਹੇ ਹਾਂ, ਪ੍ਰਸ਼ਨ ਪੁੱਛ ਰਹੇ ਹਾਂ, ਤਾਂ ਪਿੱਛੇ ਕੀ ਆਊਗਾ? ਪ੍ਰਸ਼ਨਿਕ ਚਿੰਨ੍ਹ। ਠੀਕ ਹੈ, ਅਸੀਂ ਹੈਰਾਨੀ ਨਾਲ, ਖੁਸ਼ੀ ਨਾਲ ਕੋਈ ਵਾਕ ਬੋਲਦੇ ਹਾਂ ਤਾਂ ਉਹ ਕੀ ਹੋ ਗਿਆ? ਵਿਸਮਿਕ ਵਾਕ। ਉਸ ਤੋਂ ਬਾਅਦ ਹੈ ਵਾਕਾਂ ਦੀਆਂ ਕਿਸਮਾਂ। ਇਹ ਸਾਰਾ ਵਾਕ ਬੋਧ ਵਿੱਚ ਅਸੀਂ ਸਿੱਖਦੇ ਹਾਂ। ਫੋਰਥ ਕਿਸਮ ਹੈ ਅਰਥ ਬੋਧ। ਅਰਥ ਬੋਧ ਮੀਨਸ ਵਾਕਾਂ ਦੇ ਕੀ ਨਿਕਲਦੇ ਨੇ? ਅਰਥ ਬਣਾਏ ਜਾਂਦੇ ਨੇ। ਇਸ ਦੇ ਵਿੱਚ ਅਸੀਂ ਵਿਰੋਧੀ ਸ਼ਬਦ ਮੀਨਸ ਉਲਟ ਭਾਵੀ ਸ਼ਬਦ, ਜਿਵੇਂ ਦਿਨ, ਰਾਤ, ਚੰਗਾ, ਮਾੜਾ, ਚੜ੍ਹਨਾ, ਉਤਰਨਾ, ਇਹ ਸਾਰੇ ਕੀ ਨੇ? ਸਾਡੇ ਵਿਰੋਧੀ ਸ਼ਬਦ ਨੇ, ਇੱਕ ਸ਼ਬਦ ਦਾ ਉਲਟ ਅਰਥ। ਸਮਾਨ ਅਰਥਕ ਸ਼ਬਦ। ਸਮਾਨ ਅਰਥਕ ਸ਼ਬਦ ਮੀਨਸ ਕਿ ਇੱਕ ਸ਼ਬਦ ਦੇ ਕਈ ਹੋਰ ਸੇਮ ਮੀਨਿੰਗ ਹੁੰਦੇ ਨੇ, ਉਸ ਨੂੰ ਅਸੀਂ ਬੋਲਦੇ ਹਾਂ ਸਮਾਨ ਅਰਥਕ ਸ਼ਬਦ। ਜਿਵੇਂ ਦੇਖੋ ਅਸੀਂ ਪਾਣੀ ਬੋਲਦੇ ਹਾਂ, ਆਮ ਭਾਸ਼ਾ ਵਿੱਚ ਅਸੀਂ ਘਰਾਂ ਵਿੱਚ ਪਾਣੀ ਸ਼ਬਦ ਦੀ ਵਰਤੋਂ ਕਰਦੇ ਹਾਂ, ਪਰ ਅਸੀਂ ਪਾਣੀ ਨੂੰ ਜਲ ਵੀ ਕਹਿ ਦਿੰਦੇ ਹਾਂ। ਆਕਾਸ਼, ਆਕਾਸ਼ ਨੂੰ ਅਸੀਂ ਅੰਬਰ ਵੀ ਕਹਿ ਦਿੰਦੇ ਹਾਂ, ਗਗਨ ਵੀ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਬਹੁ ਅਰਥਕ ਸ਼ਬਦ ਮੀਨਸ ਇੱਕ ਸ਼ਬਦ ਦੇ ਕਈ ਹੋਰ ਅਰਥ ਹੁੰਦੇ ਨੇ। ਜਿਵੇਂ ਦੇਖੋ ਉੱਤਰ। ਉੱਤਰ ਕੀ ਹੈ? ਪ੍ਰਸ਼ਨ ਦਾ ਉੱਤਰ ਵੀ ਹੁੰਦਾ, ਉੱਤਰ ਕਿਸੇ ਦਿਸ਼ਾ ਦਾ ਨਾਮ ਵੀ ਹੁੰਦਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਅਰਥ ਬੋਧ ਦੇ ਕਈ, ਇਸ ਚੀਜ਼ ਤੋਂ ਸਾਨੂੰ ਕਿਸ ਚੀਜ਼ ਦਾ ਗਿਆਨ ਮਿਲਦਾ ਹੈ? ਵਿਰੋਧੀ ਸ਼ਬਦਾਂ ਦਾ, ਸਮਾਨ ਅਰਥਕ ਸ਼ਬਦਾਂ ਬਾਰੇ ਔਰ ਬਹੁ ਅਰਥਕ ਸ਼ਬਦਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਇਹ ਸੀ ਬੱਚੇ ਅੱਜ ਦਾ ਆਪਣਾ ਚੈਪਟਰ, ਲੈਂਗੁਏਜ ਬੁੱਕ ਦਾ ਸੈਕਿੰਡ ਚੈਪਟਰ ਵਿਆਕਰਨ। ਅਸੀਂ ਇਸ ਚੈਪਟਰ ਵਿੱਚ ਕੀ ਸਿੱਖਿਆ ਕਿ ਵਿਆਕਰਨ ਕੀ ਹੁੰਦੀ ਹੈ। ਵਿਆਕਰਨ ਦੇ ਵਿੱਚ ਕੁਝ ਨਿਯਮ ਹੁੰਦੇ ਨੇ, ਨਿਯਮਾਂ ਦੇ ਅਧੀਨ ਹੀ ਵਿਆਕਰਨ ਪੜ੍ਹਦੇ ਹਾਂ ਅਤੇ ਅਸੀਂ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਦਿੰਦੇ ਹਾਂ। ਫਿਰ ਵਿਆਕਰਨ ਦੀ ਪਰਿਭਾਸ਼ਾ ਬਾਰੇ ਜਾਣਿਆ। ਉਸ ਤੋਂ ਬਾਅਦ ਵਿਆਕਰਨ ਦੇ ਅੰਗ। ਵਿਆਕਰਨ ਦੇ ਅੰਗ ਸਭ ਤੋਂ ਪਹਿਲਾਂ ਅਸੀਂ ਅੱਖਰਾਂ ਬਾਰੇ ਜਾਣਦੇ ਹਾਂ। ਅੱਖਰਾਂ ਤੋਂ ਸ਼ਬਦ ਬਣਦੇ ਹਨ, ਸ਼ਬਦਾਂ ਤੋਂ ਵਾਕ ਬਣਾਏ ਜਾਂਦੇ ਹਨ ਔਰ ਫਿਰ ਵਾਕਾਂ ਦੇ ਅਰਥ। ਥੈਂਕ ਯੂ ਸੋ ਮਚ।